ਧੰਨ ਵਾਹਿਗੁਰੂ ਸਾਹਿਬ ਜੀ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨੈ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਜਾਗਦੀ ਜੋਤ ਰੂਹਾਨੀ ਗਿਆਨ ਦੇ ਮੁਜੱਸਮੇ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋ, ਅੱਜ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਹੈ, ਜਿਸ ਦੇ ਸੰਬੰਧ ਵਿੱਚ ਅੱਜ ਆਪ ਸੰਗਤਾਂ ਨਾਲ ਵਿਚਾਰਾਂ ਕਰਨੀਆਂ ਹਨ। ਅੱਜ ਜੋ ਲੜੀਵਾਰ ਵਿਚਾਰ ਹੈ ਉਹ ਨਹੀਂ ਹੋਵੇਗੀ। ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਇਤਿਹਾਸ ਦੀਆਂ ਵਿਚਾਰਾਂ ਨਾਲ ਆਓ ਜੁੜੀਏ। ਮਨੋਬਿਰਤੀਆਂ ਸਾਰੇ ਇਕਾਗਰ ਕਰੋ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਜੋਤ ਦੀ 10 ਜਾਮਾਂ ਦੇ ਵਿੱਚ ਵਿਚਰਨ ਦੀ ਗੱਲ ਕਰਦੇ ਹਾਂ, ਤਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਤੀਜੇ ਵਾਰਿਸ ਹਨ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1479 ਵਿੱਚ ਵਾਸਰ ਕੇ ਪਿੰਡ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਭੱਲੇ ਪਰਿਵਾਰ ਚੋਂ ਸੀ ਅਤੇ ਆਪ ਜੀ ਨੇ ਬਚਪਨ ਤੋਂ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜੋ ਉਸ ਵੇਲੇ ਦੀਆਂ ਸਨਾਤਨ ਪਰੰਪਰਾਵਾਂ ਸਨ, ਉਹਨਾਂ ਨੂੰ ਆਪਣੇ ਜੀਵਨ ਦੀ ਆਰੰਭਤਾ ਤੋਂ ਨਿਭਾਉਣਾ ਆਰੰਭ ਕੀਤਾ। ਅਤੇ ਇੱਕ ਸਮਾਂ ਆਇਆ ਕਿ ਜਦੋਂ ਆਪ ਜੀ ਲਗਭਗ 40-41 ਸਾਲਾਂ ਦੇ ਹੋਏ, ਤਾਂ ਆਪ ਜੀਆਂ ਨੇ ਹਰਿਦੁਆਰ ਦੀ ਯਾਤਰਾ ਜਾਣ ਦਾ ਮਨ ਬਣਾਇਆ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਕਿਸੇ ਵੀ ਤੀਰਥ ਦੀ ਯਾਤਰਾ ਕਰਨੀ ਕੋਈ ਸੌਖਾ ਨਹੀਂ ਸੀ, ਬੜੀ ਕਠਿਨਾਈ ਸੀ। ਕੋਈ ਪੱਕੇ ਇਰਾਦੇ ਵਾਲਾ ਮਨੁੱਖ ਹੀ ਯਾਤਰਾ ਕਰ ਸਕਦਾ ਸੀ, ਅੱਜ ਵਾਂਗ ਨਹੀਂ, ਕਿਉਂਕਿ ਔਖੇ ਰਸਤੇ ਹੁੰਦੇ ਸਨ, ਜੰਗਲੀ ਜਾਨਵਰਾਂ ਦਾ ਖਤਰਾ ਹੁੰਦਾ ਸੀ। ਇਸ ਕਰਕੇ ਲੋਕ ਜਥੇਬੰਦ ਢੰਗ ਨਾਲ ਯਾਤਰਾਵਾਂ ਕਰਨ ਚਾਹੁੰਦੇ ਸਨ। ਬਾਬਾ ਅਮਰਦਾਸ ਜੀ ਦਾ ਜੀਵਨ ਵੀ ਇਸ ਤਰ੍ਹਾਂ ਹੀ ਆਰੰਭ ਹੁੰਦਾ ਹੈ ਕਿ ਤੀਰਥਾਂ ਦੀ ਯਾਤਰਾ ਕਰਨੀ, ਸਾਧੂ ਸੰਤਾਂ ਦੀ ਸੇਵਾ ਕਰਨੀ। ਹਰਿਦੁਆਰ ਦੇ ਵਿੱਚ ਹੀ
ਇੱਕ ਡੇਰਾ ਹੁੰਦਾ ਸੀ ਪੰਡਿਤ ਦੁਰਗਾ ਦਾਸ ਦਾ। ਉੱਥੇ ਜਾ ਕੇ ਆਪ ਜੀ ਵਿਸ਼ਰਾਮ ਕਰਦੇ, ਠਹਿਰਦੇ ਅਤੇ ਸਾਧਾ ਸੰਤਾਂ ਦੀ ਸੇਵਾ ਕਰਦੇ ਅਤੇ ਗੰਗਾ ਦਾ ਇਸ਼ਨਾਨ ਕਰਦੇ। ਇਹ ਉਹਨਾਂ ਦੇ ਜੀਵਨ ਦੇ ਲਗਭਗ 20-21 ਸਾਲ ਹਰਿਦੁਆਰ ਦੀ ਯਾਤਰਾ ਕਰਨੀ, ਉੱਥੇ ਜਾ ਕੇ ਕਾਫੀ ਲੰਬੇ ਸਮੇਂ ਤੱਕ ਟਿਕਣਾ, ਸਾਧਾ ਸੰਤਾਂ ਦੀ ਸੇਵਾ ਕਰਨੀ ਅਤੇ ਵਾਪਸ ਘਰ ਪਰਤ ਕੇ ਆ ਜਾਣਾ। ਔਰ ਇੱਕ ਮਨ ਦੇ ਵਿੱਚ ਇਹ ਗੱਲ ਸੀ ਕਿ ਸ਼ਾਇਦ ਜੋ ਕਰਮ ਮੈਂ ਕਰ ਰਿਹਾ ਹਾਂ ਇਹ ਬਿਲਕੁਲ ਠੀਕ ਹੈ। ਭਾਵੇਂ ਉਹਨਾਂ ਦਿਨਾਂ ਦੇ ਅੰਦਰ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਕੇਵਲ 10 ਸਾਲ ਛੋਟੇ ਹਨ। ਗੁਰੂ ਨਾਨਕ ਜੋਤ ਦਾ ਬੋਲਬਾਲਾ ਸੀ। ਆਮ ਲੋਕਾਂ ਵਿੱਚ ਇਹ ਗੱਲ ਸੀ ਕਿ ਨਾਨਕ ਗੁਰੂ ਨੇ ਤਪਦੀ ਹੋਈ ਲੁਕਾਈ ਨੂੰ ਨਿਰਮਲ ਜਲ ਦੇ ਨਾਲ ਸਿੰਚਿਆ ਅਤੇ ਬਹੁਤ ਸਾਰੇ ਲੋਕਾਂ ਦਾ ਜੀਵਨ ਤਬਦੀਲ ਕੀਤਾ ਹੈ। ਕਿਉਂਕਿ ਉਹਨਾਂ ਦਿਨਾਂ ਤੱਕ ਗੁਰੂ ਨਾਨਕ ਪਾਤਸ਼ਾਹ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਉਦਾਸੀਆਂ ਦੇ ਦੌਰਾਨ, ਜਦੋਂ ਆਪ ਜੀਆਂ ਨੇ ਪ੍ਰਚਾਰ ਫੇਰੀਆਂ ਕੀਤੀਆਂ ਅਤੇ ਮਨੁੱਖਤਾ ਨੂੰ ਜੀਵਨ ਜਾਚ ਬਖਸ਼ੀ, ਪਰ ਬਾਬਾ ਅਮਰਦਾਸ ਜੀ ਬੜੀ ਲਗਨ ਨਾਲ ਆਪਣੇ ਉਸ ਹੀ ਕਰਮ ਦੇ ਵਿੱਚ ਲੱਗੇ ਰਹੇ। ਭਾਵੇਂ ਇਹ ਗੱਲ ਜਾਣਦੇ ਸਨ ਕਿ ਗੁਰੂ ਨਾਨਕ ਸੱਚ ਨਾਮ ਦੀ ਵਿਚਾਰਧਾਰਾ ਲੋਕਾਂ ਨੂੰ ਦ੍ਰਿੜ ਕਰਾ ਰਹੇ ਹਨ। ਜੋ ਪ੍ਰੋਫੈਸਰ ਸਤਵੀਰ ਸਿੰਘ ਹੁਣਾਂ ਨੇ ਲਿਖਿਆ ਹੈ, ਇੱਕ ਲੰਬੇ ਸਮੇਂ ਤੱਕ ਇਸ ਪਾਸੇ ਲੱਗੇ ਰਹਿਣਾ, ਦੁਰਗਾ ਦਾਸ ਪੰਡਤ ਦੇ ਡੇਰੇ ਵਿੱਚ ਠਹਿਰਨਾ, ਉਸ ਦੇ ਵੱਲੋਂ ਇਹ ਗੱਲਾਂ ਆਖੀਆਂ ਜਾਣੀਆਂ ਕਿ ਤੁਸੀਂ ਕੋਈ ਚੱਕਰਵਰਤੀ ਰਾਜੇ ਲੱਗਦੇ ਹੋ। ਬੜਾ ਪਹੁੰਚਿਆ ਹੋਇਆ ਪੰਡਤ ਸੀ ਦੁਰਗਾ ਦਾਸ, ਕਿਸੇ ਵੱਡੀ ਪਦ ਪਦਵੀ ਦੇ ਮਾਲਕ ਹੋਣ, ਅਤੇ ਬਾਬਾ ਅਮਰਦਾਸ ਜੀ ਅਕਸਰ ਕਹਿੰਦੇ ਸਨ, ਪੰਡਿਤ ਦੁਰਗਾ ਦਾਸ ਮੈਂ ਆਮ ਹੀ ਬੰਦਾ ਹਾਂ, ਬਸ ਇਹ ਹੈ ਕਿ ਮੈਨੂੰ ਸੇਵਾ ਭਾਵਨਾ ਬਖਸ਼ੀ ਹੈ, ਬਾਕੀ ਮੈਂ ਕੋਈ ਉਚੇਚ ਨਹੀਂ। ਅਤੇ ਵਪਾਰੀ ਸਨ, ਵਪਾਰ ਕਰਦੇ ਸਨ। ਉਹਨਾਂ ਦਿਨਾਂ ਦੇ ਅੰਦਰ ਜਿੱਥੇ ਕਿ ਆਪ ਜੀ ਵਪਾਰ ਕਰਦੇ ਸਨ ਅਤੇ ਨਾਲ ਨਾਲ ਇਹ ਧਰਮ ਕਮਾਉਣ ਦੀ ਇੱਕ ਮਨ ਵਿੱਚ ਤਾਂਘ ਹੋਣੀ, ਔਰ ਵੈਸ਼ਨੋ ਸਾਧ ਦਾ ਦੁਰਗਾ ਦਾਸ ਪੰਡਤ ਦੇ ਡੇਰੇ ਵਿੱਚ ਮਿਲਾਪ ਹੋਣਾ, ਉਸ ਦੇ ਨਾਲ ਕਈ ਸਾਲ ਪੁਰਾਣੀ ਵਾਕਫੀਅਤ ਬਣ ਜਾਣੀ ਅਤੇ ਉਸਦੇ ਹੱਥੋਂ ਸੇਵਾ ਕਰਵਾ ਕੇ ਵੈਸ਼ਨੋ ਸਾਧ ਨੇ ਬੜਾ ਖੁਸ਼ ਹੋਣਾ। ਬਾਬਾ ਅਮਰਦਾਸ ਜੀ ਦੇ ਨਾਲ ਜਦੋਂ ਵੈਸ਼ਨੋ ਸਾਧ ਉਹਨਾਂ ਦੇ ਪਿੰਡ ਵਾਸਰ ਕੇ ਆਉਂਦਾ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਲਗਾਤਾਰ 1540 ਤੱਕ ਪਿੰਡ ਵਾਸਰ ਕੇ ਹੀ ਵਸੇ ਰਹੇ। ਉੱਥੋਂ ਹੀ ਉਹ ਹਰ ਸਾਲ ਯਾਤਰਾ 'ਤੇ ਜਾਂਦੇ ਸਨ। ਜਦੋਂ ਇਹ ਵੈਸ਼ਨੋ ਸਾਧ ਨਾਲ ਬਹੁਤ ਗੂੜਾ ਪਿਆਰ ਬਣ ਗਿਆ, ਇੱਥੇ ਤੱਕ ਕਿ ਉਸਨੇ ਘਰ ਤੱਕ ਪਹੁੰਚਣਾ ਕੀਤਾ, ਇਹਨਾਂ ਨੇ ਬੜੇ ਪ੍ਰੇਮ ਨਾਲ, ਸਤਿਕਾਰ ਨਾਲ, ਅਤਿਥੀ ਜਾਣ ਕੇ ਕਿ ਸਾਡਾ ਪ੍ਰਾਹੁਣਾ ਹੈ, ਔਰ ਬੜੀ ਸੇਵਾ ਕੀਤੀ। ਪਰ ਅਚਨਚੇਤ ਜਦੋਂ ਧਰਮ ਦੀ ਵਾਰਤਾਲਾਪ ਹੋਈ, ਗੱਲਾਂ ਬਾਤਾਂ ਹੋਈਆਂ, ਵੈਸ਼ਨੋ ਸਾਧ ਨੇ ਇੱਕ ਗੱਲ ਵਿਚਾਰੀ ਸੀ ਕਿ ਇਤਨਾ ਨਿਮਰਤਾ ਵਾਲਾ ਸੁਭਾਅ, ਇਤਨੀ ਪ੍ਰੇਮ ਨਾਲ ਸੇਵਾ, ਇਨਸਾਨੀਅਤ ਵਾਲੇ ਇਤਨੇ ਸਾਰੇ ਗੁਣ ਗੁਰੂ ਤੋਂ ਬਿਨਾਂ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੇ। ਅਤੇ ਅੱਜ ਇੱਕ ਗੱਲ ਪੁੱਛੀ ਕਿ ਤੁਹਾਡਾ ਗੁਰੂ ਕੌਣ ਹੈ, ਅਤੇ ਅੱਗੋਂ ਇਹ ਕਹਿ ਦੇਣਾ ਜੀ ਮੈਂ ਗੁਰੂ ਦੀ ਭਾਲ ਕਰ ਰਿਹਾ, ਮੈਨੂੰ ਅਜੇ ਕੋਈ ਗੁਰੂ ਲੱਭਿਆ ਨਹੀਂ, ਮੈਂ ਨਿਗਰਾ ਹਾਂ, ਹਾਂ ਮੈਂ ਭਾਲ ਕਰ ਰਿਹਾ ਹਾਂ, ਪਰ ਕੋਈ ਗੁਰੂ ਮੈਨੂੰ ਮਿਲਿਆ ਨਹੀਂ। ਉਸ ਵੈਸ਼ਨੋ ਸਾਧ ਨੇ ਇਹ ਕਹਿਣਾ, ਤੇਰੇ ਘਰ ਦਾ ਖਾਧਾ ਹੋਇਆ ਇਹ ਅੰਨ ਜਲ, ਤੇਰੀ ਕੀਤੀ ਹੋਈ ਸੇਵਾ, ਕਿਉਂਕਿ ਤੂੰ ਨਿਗਰਾ ਹੈ,
और मेरा धर्म कर्म भ्रष्ट कर दिता। और कलपदा होया वैष्णो साध लानता पांदा होया घरों चला जाता है। कोई बड़े प्यार नाल आया होवे, किसी नूं बड़े प्यार नाल अपने घर विच लैके आए होण ते उस वल्लों खरी खरियां गल्लां सुन के मन जिहड़ा सी अंदर बेचैन हो गया। ये कुदरती सी, हो जाना सी, आम बंदे दा हो ही जांदा है कि जदों इस तरह की गल बंदा सुनदा है कि तेरे घर दा अन्न जल, तेरी कीती हुई सेवा, उन्हां सारी चीज़ां नूं अज तक दा वैष्णो साध दा बनिया होया, क्योंकि ये गृहस्थी नहीं सी वैष्णो साध, ये गृहस्थियां नूं बहुता लाइक नहीं सी करदा, याद रखना। बट इस करके प्यार करदा सी क्योंकि गुरु अमरदास महाराज जी दीयां क्रियावां, उन्हां दी इंसानियत वाला जज्बा बड़ा प्यार वाला सी, बड़ा निमरता भाव विच सेवा करते सन। ये सारियां गल्लां ने इतनी बेचैनी बधा दित्ती कि कई दिन तक जदों सारे इतिहासकारां नूं पढ़ो तो एक निचोड़ सामने आंदा है कि ये गल कई दिन तक अंदर चलती रही। मन बड़ा बेचैन हो रहा है। उस बेचैनी की हालत विच नींद ना आना, एक गल नूं बार बार सोचे जाना, कोई भी गल याद रखना मन विच घर कर जाती है, वो बंदे नूं बेचैन कर देंदी है। नींद नहीं आती, भुख नहीं लगती, बंदा परेशान हो जाता है। जदों तक उस दे वो बेचैनी दूर ना हो जाए उदों तक मनुख नूं शांति नहीं आती। हुण ये कोई आम गल नहीं सी, क्योंकि गुरु किनू धारण किया जाए, गुरु कौन होवे, कौन जीवन की अगवाई करे, किहड़ा सच्चा गुरु है, किहड़ा कच्चा गुरु है, किहड़ा पाखंडी है, किहड़ा धर्मी है, ये निर्णय करना भी कोई आम नहीं। अज भी असीं लोकदे हैं कि अनेकां लोग सच्चे गुरु गुरु ग्रंथ साहिब नूं छड्ड पाखंडियां दे मगर तुरे फिरदे हन और कभी परचोल नहीं करते। उस तो बाद जदों पता लगता है भी ये बलात्कारी निकलिया, ये तो फलाना निकलिया, इसने तो इतना कुछ किया, ये तो कईयां दा कातल है, उस तो बाद लोग थोड़े से कई सावधान होंदे ने, कई फिर भी नहीं होंदे, कहते साडा गुरु तो गुरु ही है ना, फिर भावें वो कातल क्यों ना होवे लोकां दा, भावें विचारी क्यों ना होवे। अज रब दी करनी एक गल याद रखना, परमात्मा दी नज़र तो बिना जो गुरबाणी दा तत्सार दास विचारिया सी कि गुरु दी प्राप्ति नहीं हुंदी। जे ये गल गुरु नानक पातशाह ने डंके दी चोट नाल कही कि नदर करन जे आपनी तां नदरी सतगुर पाया, यह जियो बहुते जन्म भरमिया तां सतगुर शब्द सुनाया। अज रब ने तुठ के शब्द सुनाया। सुनाया किस दे राहीं? बीबी अमरो जी जो गुरु अंगद देव जी महाराज की सपुत्री है, आप जी दे भतीजे नाल उसदा ब्याह होया, हर जी दे नाल। हुण जदों घर दे विच सवेरे उठी बीबी अमरो अमृत वेला संभालण वाली ते नाल घर दे काम करदी है, नाल बाणी पढ़ी जाती है। बाणी का वो शब्द अमृत वेले का वक्त देखो जो गुरमत ने सानू सिद्धांत दिते ने, क्योंकि अमृत वेला बड़ा शांत हुंदा है। रब की सारी कुदरत ही उस वेले शांत हुंदी है। समुंदर तो लैके बनस्पति रुख सारिया चीज़ां जो एक्टिविटी जो चंचलता शाम तक हुंदी है, सवेरे तक वो शांति दे विच बदल जाती है। गुरु साहब ने एवें सानू अमृत वेला ने दिता। ये गल याद रखना, जे गुरुदेव के वचन ने कि झाल लांगे उठ नाम जप निस्वासुर आराध, कारा तुझे न व्यापी नानक मिटे उपाद। क्योंकि सुरती का उस मंडल विच लै जाना प्रभु की यादां वाले च, उस वास्ते बहुत एकाग्रता, सावधानता, चलता, बाकी सारे कम्मां काजां दे बोझ तो बचिया होया समा साडे कोल होवे तां ही असीं जुड़ सकते हैं। पर जदों साडे कम्मां काजां दा समा हो गया ना, उस वेले तुसीं जुड़न का यतन भी करोगे, जुड़ नहीं पाओगे। जो तुहानूं पता घर दे काम करने ने, बहुत सारे होर कारज ने, आए गए दी देखभाल है, कौन आ रहा कौन जा रहा है,
बहुत सारे कारज गुरु साहब जी ने ਅੰਮ੍ਰਿਤ ਵੇਲੇ ਜਦੋਂ ਨੀਂਦ ਨਹੀਂ ਸੀ ਆ ਰਹੀ, ਕਿਉਂਕਿ ਬੇਚੈਨੀ ਸੀ, ਰੱਬ ਤੁਠਿਆ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਬੀਬੀ ਅਮਰੋ ਦੇ ਮੁਖਾਰ ਬਿਨ ਤੋਂ ਬਾਣੀ ਸੁਣੀ, ਕਾਇਆ ਆਇਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਜਿਵੇਂ ਜਿਵੇਂ ਸ਼ਬਦ ਸੁਣਦੇ ਪਏ ਨੇ ਨਾ, ਸ਼ਬਦ ਨੇ ਜੀਵਨ ਦੇ ਅੰਦਰ ਦੀ ਜੋ ਗੱਲ ਅੰਦਰ ਚੱਲ ਰਹੀ ਸੀ ਔਰ ਜੋ ਹਾਲਤ ਅੰਦਰ ਦੀ ਇਸ ਵੇਲੇ ਬਣੀ ਹੋਈ ਸੀ, ਇੱਕ ਇੱਕ ਹਾਲਤ ਨੂੰ ਇਸ ਸ਼ਬਦ ਦੀ ਇੱਕ ਇੱਕ ਪੰਕਤੀ, ਇੱਕ ਇੱਕ ਅੱਖਰ ਨੇ ਦਰਸਾਇਆ। ਔਰ ਮਨ ਵਿੱਚ ਇੱਕ ਵਿਚਾਰ ਫੁਰੀ ਕਿ ਜਿਸ ਦੀ ਇਹ ਬਾਣੀ ਹੈ, ਜਿਸ ਨੇ ਮੇਰੇ ਅੰਦਰ ਦਾ ਨਿਰੋਲ ਸੱਚ ਬਿਆਨ ਕੀਤਾ ਹੈ। ਇਹ ਗੱਲ ਯਾਦ ਰੱਖਣਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਸਾਹਿਬ ਤੁਠਦੇ ਨੇ ਤੇ ਸੱਚ ਦੀ ਬਾਣੀ ਕਿਸੇ ਦੇ ਰਾਹੀਂ ਪ੍ਰਗਟ ਹੁੰਦੀ ਹੈ। ਉਹ ਬੀਬੀ ਅਮਰੋ ਸੀ ਕਿ ਉਸ ਬਾਣੀ ਨੇ ਅੰਦਰ ਨੂੰ ਬਿਲਕੁਲ ਅੰਦਰ ਦਾ ਜਿਹੜਾ ਸੀਸਾ ਹੁੰਦਾ ਹੈ ਨਾ, ਅੰਦਰ ਦਾ ਅਕਸ ਦਿਖਾ ਦਿੱਤਾ ਉਸ ਸੀਸੇ ਵਿੱਚ। ਉਸ ਸ਼ਬਦ ਨੇ ਐਸਾ ਪ੍ਰਭਾਵ ਪਾਇਆ। ਜਦੋਂ ਦਿਨ ਚੜ੍ਹਿਆ, ਬੀਬੀ ਅਮਰੋ ਨੂੰ ਗੱਲ ਪੁੱਛੀ ਵੀ ਇਹ ਬਾਣੀ ਕਿਸ ਦੀ ਹੈ। ਕਹਿੰਦੇ ਇਹ ਬਾਣੀ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਇਤਨਾ ਤੇ ਪਤਾ ਸੀ ਵੀ ਗੁਰੂ ਨਾਨਕ ਨਾਮ ਜਲ ਦੀ ਵਰਖਾ ਕਰ ਰਹੇ ਹਨ, ਪਰ ਇਹ ਨਹੀਂ ਸੀ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਇਸ ਵੇਲੇ ਹਨ ਕਿ ਨਹੀਂ ਹਨ। ਤੇ ਬੀਬੀ ਅਮਰੋ ਨੂੰ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੀ ਇਤਨੀ ਪਿਆਰੀ ਬਾਣੀ, ਕਿ ਮੈਨੂੰ ਵੀ ਦਰਸ਼ਨ ਹੋਣਗੇ ਉਹਨਾਂ ਦੇ, ਮੈਂ ਵੀ ਉਹਨਾਂ ਨੂੰ ਗੁਰੂ ਧਾਰਨ ਕਰਨਾ ਚਾਹੁੰਦਾ। ਬੀਬੀ ਅਮਰੋ ਕਹਿੰਦੀ ਹੈ, ਪਿਤਾ ਜੀ, ਕਿਉਂਕਿ ਸੋਰਾ ਲੱਗਦੇ ਸਨ ਰਸਤੇ 'ਚ, ਗੁਰੂ ਨਾਨਕ ਪਾਤਸ਼ਾਹ ਜੀ ਤਾਂ ਜੋਤੀ ਜੋਤ ਸਮਾ ਗਏ ਹਨ। ਹੁਣ ਗੱਦੀ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਸਾਹਿਬ ਜੀ ਨੂੰ ਪ੍ਰਾਪਤ ਹੈ ਤੇ ਉਹ ਖੰਡੂਰ ਸਾਹਿਬ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਬੇਨਤੀ ਕਰਨੀ ਕਿ ਮੈਨੂੰ ਗੁਰੂ ਤੱਕ ਲੈ ਕੇ ਚਲੋ। ਦੇਖੋ, ਜੀਵਨ ਦੇ ਦੋ ਚੀਜ਼ਾਂ ਯਾਦ ਰੱਖਣਾ, ਗੁਰੂ ਤੱਕ ਲਿਆਉਣ ਵਾਸਤੇ ਕਿਸੇ ਸਿੱਖ ਦੀ ਮਦਦ ਦੀ ਲੋੜ ਹੈ। ਤੇ ਜਦੋਂ ਕੋਈ ਸਿੱਖ ਦੀ ਮਦਦ ਨਾਲ ਆਪਾਂ ਗੁਰੂ ਤੱਕ ਪਹੁੰਚ ਜਾਂਦੇ ਹਾਂ, ਫਿਰ ਗੁਰੂ ਦਾ ਕੰਮ ਹੈ ਕਿ ਗੁਰੂ ਆਪਣੇ ਸਿੱਖ ਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ ਹੈ। ਜੇ ਬਾਰ-ਬਾਰ ਅਸੀਂ ਪੜ੍ਹਦੇ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉਸ ਸਿੱਖ ਜਗਿਆਸੂ ਦੀ ਗੱਲ ਹੈ ਜਿਹਨੂੰ ਬਾਣੀ ਦੇ ਵਿੱਚ ਸਾਰੇ ਪਾਸੇ ਇਹ ਦੁਹਰਾਇਆ ਗਿਆ। ਨਾਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀਂ ਵਿਸਰੇ, ਜਿਹਨੂੰ ਤੂੰ ਭੁੱਲਿਆ ਨਹੀਂ ਹੈ। ਬਾਬਾ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਆਉਣਾ, ਮੈਂ ਅੱਜ ਪ੍ਰੋਫੈਸਰ ਸਤਵੀਰ ਸਿੰਘ ਨੂੰ ਸਵੇਰੇ ਪੜ੍ਹ ਰਿਹਾ ਸੀ, ਉਹਨਾਂ ਨੇ ਬੜੇ ਕਮਾਲ ਦੀ ਗੱਲ ਲਿਖੀ। ਤੇ ਗਿਆਨੀ ਗਿਆਨ ਸਿੰਘ ਹੁਣਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਉਹਨਾਂ ਨੇ ਵੀ ਕੁਝ ਬੜੇ ਕਮਾਲ ਦੇ ਹਵਾਲੇ ਦਿੱਤੇ ਕਿ ਜਦੋਂ ਪਹੁੰਚੇ ਨੇ, ਦੁਪਹਿਰ ਹੋ ਗਈ ਹੈ, ਉਸ ਵੇਲੇ ਕਹਿੰਦੇ ਲੰਗਰ ਚੱਲ ਰਿਹਾ ਹੈ। ਔਰ ਇਹ ਪ੍ਰੋਫੈਸਰ ਸਾਹਿਬ ਸਿੰਘ ਦੇ ਬਚਨ ਮੈਂ ਕਹਿ ਰਿਹਾ। ਉਹ ਕਹਿੰਦੇ ਕਿ ਜਦੋਂ ਲੰਗਰ ਚੱਲਿਆ ਤੇ ਲੰਗਰ ਦੇ ਵਿੱਚ ਮੀਠ ਪ੍ਰਸਾਦ ਵਰਤ ਰਿਹਾ। ਹੁਣ ਬਾਬਾ ਅਮਰਦਾਸ ਜੀ ਨੇ ਕਦੀ ਦੇਖਿਆ ਤੱਕ ਨਹੀਂ ਸੀ ਔਰ ਬੜੀ ਇਸ ਗੱਲ ਦੀ ਉਹ ਗੁਰੇਜ਼ ਕਰਦੇ ਸਨ। ਮਨ ਵਿੱਚ ਇੱਕ ਭਾਵਨਾ ਬਣੀ, ਮੈਂ ਖਾਂਦਾ ਨਹੀਂ ਤੇ ਗੁਰੂ ਕਿਰਪਾ ਕਰੇ ਕਿ ਮੈਨੂੰ ਵੈਸ਼ਨੂੰ ਪਾਓ ਕਿ ਸਾਦਾ ਭੋਜਨ ਮਿਲੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਇਸ਼ਾਰਾ ਕੀਤਾ ਕਿ ਜਾਓ, ਜਾ ਕੇ ਉਹਨਾਂ ਨੂੰ ਵੈਸ਼ਨੂੰ ਪ੍ਰਸਾਦ ਦੇ ਕੇ ਆਓ। ਉਹਨਾਂ ਦੇ ਕੋਲ ਥਾਲੀ ਆ ਗਈ ਭੋਜਨ ਦੀ। ਹੁਣ ਇੱਕ ਨਵਾਂ ਡਾਊਟ ਪੈਦਾ ਹੋਇਆ। ਪ੍ਰੋਫੈਸਰ ਸਤਵੀਰ ਸਿੰਘ ਲਿਖਦੇ ਨੇ, ਕਹਿੰਦੇ ਇਹ ਗੱਲ ਆਈ ਵੀ ਮੇਰਾ ਗੁਰੂ ਜੇ ਇਹ ਛਕ ਰਿਹਾ ਤੇ ਮੈਂ ਸਿੱਖ ਨਹੀਂ ਬਣ ਸਕਦਾ ਜਿੰਨਾ ਚਿਰ ਗੁਰੂ ਦੇ ਨਕਸ਼ੇ ਕਦਮ 'ਤੇ ਨਾ ਚੱਲਾਂ। ਚੰਗਾ ਹੋਵੇ ਜਿਹੜਾ ਪ੍ਰਸਾਦ ਗੁਰੂ ਅੰਗਦ ਦੇਵ ਜੀ ਮਹਾਰਾਜ ਖੁਦ ਛਕ ਰਹੇ ਨੇ, ਜੇ ਕਿਤੇ ਉਹਨਾਂ ਦੀ ਥਾਲੀ ਮੈਨੂੰ ਮਿਲ ਜਾਏ ਤੇ ਮੇਰੀ ਕਾਮਨਾ ਪੂਰੀ ਹੋ ਜਾਏ। ਸਿੱਖ ਦੇ ਰਾਹੀਂ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੀ ਉਹ ਪ੍ਰਸਾਦ ਦੀ ਥਾਲੀ ਆਖਣ ਲੱਗੇ, ਉਹ ਜਿਹੜਾ ਨਵਾਂ ਸਿੱਖ ਆਇਆ ਨਾ ਉਹਦੇ ਅੱਗੇ ਜਾ ਕੇ ਰੱਖਿਆ, ਉਹਦੀ ਇੱਛਾ ਹੈ। ਬੜੇ ਹੈਰਾਨ ਹੋਏ ਵੀ ਗੁਰੂ ਇਤਨਾ ਜਾਣਦਾ ਅੰਦਰ ਦੀ।
मैं मन में फुरना ही लिया सी, सोचा सी भी गुरु इतना अंतरजामी है। आप पढ़ते हैं, यकीन करना पेगा सानू। राखा एक हमारा स्वामी सगल घटा का अंतरजामी, अंदर जी जानता गुरु, इस कोई शक नहीं। गुरु ग्रंथ साहब भी जानते हैं, याद रखना, क्योंकि इस जोत वरत रही है। जो जोत निरंकार ने गुरु नानक पातशाह नूं दे के भेजी ना, एक तो है शब्द ज्ञान, एक है वो पावर जिहड़ी शब्द नूं प्राप्त हुई हुई है। ये दोनों चीज़ों नूं सानूं समझना पेगा सिੱਖੀ दे अंदर। जदों तक नहीं समझांगे साडा पार उतारा कोई नहीं होना। प्यार वालों सच जानना, प्रसाद की थाली अगे आ गई, बड़े सदके होए गुरु अंगद देव जी के गुरु साहब अंदर दी जानते हैं। उत्थों रह के फिर बिना शक शंके गुरु घर दे विच कहंदे गुरु साहब ने, प्रोफैसर सतवीर सिंह लिखते हैं कि गुरु साहब जी ने अज परीक्षा का परचा पाया सी कि मन च की विचार फरेगी। कहंदे अज तो फिर बीबी अमरो वापस चली गई तो खंडूर साहब की धरती ते आप जी ने रहना आरंभ किया। उत्थे रहे, गुरु अंगद देव जी महाराज कोलों जीवन जाच सिੱਖੀ, गुरु धारण किया। जिमें आपां पढ़ते हाँ, चरना अमृत गुर सिखां पिलाया, क्योंकि उस वेले ये प्रथा सी चरना अमृत दी 10वें पातशाह तक चलती रही। तो सिख जिहड़ा भी बनता सी, जिमें कि अज खंडे बाटे की पहुल छकण तो बिना गुरसिखों माफ़ करना सिख नहीं हुंदा। जिग्यासू हो सकता है, सेवक हो सकता है, पर सिख उदों ही है जदों वो गुरु साहब जी की पूरी मर्यादा नूं फॉलो कर लैंदा है, उस सिक्ख्या दे विच परपक्ष हो जाता, उदों वो सिख अखवाउण दा हकदार बनता है। उस तो पहला नहीं। हाँ, सेवक हो सकता है, सेवा करने वाला हो सकता है, कोई जिग्यासू हो सकता है, अंदर जिग्यासा है कि सच नूं प्राप्त करना है, परमात्मा नाल जुड़ना है। उत्थे फिर गुरु साहब जी ने सेवावां दित्तियां। आप जी रोज़ व्यासा ते जाते ने। इतिहासकार लिखते हैं कि 8-9 किलोमीटर के करीब है, कई 8-9 मील लिखते हैं। मील लिखो तो बहुत ज़्यादा हो जाता है, पर इतने क शायद किलोमीटर लगभग होएगी व्यासा जिहड़ी है खंडूर साहब तो। रोज़ सवेरे जाना, उत्थों जल भर के लैके आना, आप अपने हत्थी सेवा करानी, गुरु अंगद देव जी महाराज का स्नान कराना। और एक रहा एक दिन नहीं, 2 दिन नहीं, लगातार 12 साल एक रहा करनी। दिने गुरु साहब जी का हुक्म होया कि गोविंदवाल साहब बसाना, उत्थे चले जाना, क्योंकि जिहड़ा मरवा खत्तरी सी उत्थे वो चाहता सी लोग आके वसन, पर उत्थे एक भूत प्रेत का डर पाया सी, इत्थे प्रेत रहिंदे ने, भूत रहिंदे ने, लोग वसदे नहीं सन। इस करके गुरु साहब ने जाके जो बेनती की तो गुरु साहब जी ने फिर बाबा अमरदास जी नूं भेज के उस नगर की उसारी का काम आरंभ किया। जिवें अज प्लाट कटदे ने ना, उस वेले गुरु साहब जी के वेले घर बना के सिखां नूं दिते जांदे सन ताकि सिख वसो। और हुक्म भी किया कि अपना सारा परिवार लिया के गोविंदवाल साहब दे विच वसाओ। वासर के तो सारा परिवार गुरु अमरदास जी का इत्थे वसिया आके, उन्होंने भरा, उन्होंने भतीजे, उन्होंने सारा परिवार। उतों फिर जो सेवा करते रहे, जीवन जाच सकते रहे, कली गागर नहीं ढोई, याद रखना। सगों गुरु नानक पातशाह की बाणी, गुरु अंगद देव जी महाराज के बचनों नूं चंगी तरह पढ़िया, क्योंकि उन्होंने दिनों तक तो गुरु अंगद देव जी महाराज ने, क्योंकि गुरमुखी लिपि की जिहड़ी है वो आप जी ने कृपा कर दी थी सिखां दे उत्ते। गुरु साहब जी आप बाणी लिखते थे, होर बहुत सारे सिख बाणी लिखते, गुटके तैयार होंदे, शब्द लिखे जाते, शब्द सिखां नूं दिते जाते। क्योंकि सिक्खी जिहड़ी है वो फोटोआं राही नहीं है, सिक्खी का शुरू तो ही प्रचार गुरबाणी राही होया। तो माफ़ करना अज भी नहीं हो सकता। जिवें सिख घरां विच फोटोआं ला के पूजी जाते ना, गुरसाखी माफ़ करना, सिक्खी नहीं कमाई जा सकती फोटोआं तो। हाँ, एक स्वरूप दिख देखी जा सकती है भी हाँ भी बाबा दीप सिंह इदां दे सी, भाई मनी सिंह इदां दे सन। हाँ, आपां
ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਲਾ ਸਕਦੇ ਹਾਂ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਤਾਂ ਕਿ ਸਾਡਾ ਬੱਚਾ ਪੁੱਛੇ, ਅਸੀਂ ਦੱਸ ਸਕੀਏ ਵੀ ਇਹ ਭਾਈ ਮਨੀ ਸਿੰਘ ਨੇ, ਇਹ ਬਾਬਾ ਦੀਪ ਸਿੰਘ ਨੇ, ਇਹ ਭਾਈ ਤਾਰੂ ਸਿੰਘ ਨੇ ਜਿਨ੍ਹਾਂ ਦਾ ਖੋਪੜ ਲਾਇਆ ਗਿਆ। ਉਸ ਤੋਂ ਸਿਰਫ ਪ੍ਰੇਰਨਾ ਲੈਣ ਵਾਸਤੇ ਵੀ ਐਸੇ ਸਿੱਖ ਇੰਨੇ ਪੱਕੇ ਇਰਾਦੇ ਵਾਲੇ ਸਨ ਸਿੱਖੀ ਦੇ ਅੰਦਰ, ਇਹ ਗੱਲ ਦਰਸਾਉਣ ਵਾਸਤੇ ਸਮਝਾਇਆ ਜਾ ਸਕਦਾ। ਪਰ ਤੁਸੀਂ ਕਹੋ ਕਿ ਮੋਮਬੱਤੀਆਂ ਤੇ ਅਗਰਬੱਤੀਆਂ ਬਾਲੀ ਜਾਈਏ ਤੇ ਸਿੱਖੀ ਮਿਲ ਜਾਏਗੀ, ਫਿਰ ਨਹੀਂ ਮਿਲਣੀ। ਸਿੱਖੀ ਤਾਂ ਸ਼ਬਦ ਵਿੱਚੋਂ ਕਮਾਣੀ ਪਏਗੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਬਿਨਾਂ ਸ਼ਬਦ ਦੀ ਕਮਾਈ ਤੋਂ ਸਿੱਖੀ ਦੀ ਪ੍ਰਾਪਤੀ ਨਹੀਂ ਹੋਣੀ। ਦੋ ਚੀਜ਼ਾਂ ਨੇ ਕਿ ਸਿੱਖ ਨੇ ਜੀਵਨ ਦੇ ਵਿੱਚ ਸ਼ਬਦ ਦੀ ਕਮਾਈ ਕਰਨੀ ਹੈ, ਉਹਦਾ ਪ੍ਰੈਕਟੀਕਲ ਰੂਪ ਸੇਵਾ ਹੈ। ਯਾਦ ਰੱਖੋ, ਪ੍ਰੈਕਟੀਕਲ ਰੂਪ ਕੀ ਹੈ? ਸੇਵਾ। ਪਰ ਥਿਊਰੀ ਕੀ ਹੈ? ਉਹ ਹੈ ਸ਼ਬਦ, ਗੁਰਬਾਣੀ। ਸਿੱਖ ਨੇ ਗੁਰਬਾਣੀ ਵਿੱਚੋਂ ਸਿੱਖ ਕੇ ਫਿਰ ਪ੍ਰੈਕਟੀਕਲ ਕਰਨਾ। ਜੋ ਗਾਗਰ ਦੀ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਪ੍ਰੈਕਟੀਕਲ ਰੂਪ ਇਸ ਦਾ। ਪਰ ਸਿੱਖਿਆ ਕਿੱਥੋਂ ਹੈ? ਗੁਰੂ ਸਾਹਿਬ ਦੀ ਬਾਣੀ ਵਿੱਚੋਂ, ਇਹਨਾਂ ਬਚਨਾਂ ਵਿੱਚੋਂ ਕਿ ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਏ, ਤਰਕ ਜੀਵਨ ਸੰਸਾਰ ਤੱਕ ਹੈ ਪਾਛੈ ਜੀਵਨਾ। ਯਾਦ ਰੱਖਣਾ, ਹੁਣ ਵਕਤ ਆਇਆ 12 ਸਾਲ ਦੀ ਅੰਤਕ ਸੇਵਾ ਗੁਰੂ ਅਮਰਦਾਸ ਮਹਾਰਾਜ ਜੀ ਦੀ। ਗੁਰਸਿੱਖੋ, ਉਸ ਸੇਵਾ ਕਰਨ ਤੋਂ ਬਾਅਦ ਬੀਬੀ ਜਿਹੜੀ ਮਾਤਾ ਖੀਵੀ ਜੀ ਸਨ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਹਿਲ ਸਨ, ਉਹਨਾਂ ਨਾਲ ਵਿਚਾਰ ਕਰਦੇ ਨੇ ਕਿ ਬੀਬੀ ਖੀਵੀ ਜੀ ਨੂੰ, ਮਾਤਾ ਖੀਵੀ ਜੀ ਨੂੰ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਇਹ ਗੁਰਗੱਦੀ ਦੀ ਪੰਡ ਭਾਰੀ ਹੈ, ਤੇਰੇ ਪੁੱਤਰਾਂ ਕੋਲੋਂ ਸੰਭਾਲੀ ਨਹੀਂ ਜਾਣੀ। ਧਿਆਨ ਦਿਓ ਗੱਲੋਂ, ਤੇਰੇ ਪੁੱਤਰਾਂ ਕੋਲੋਂ ਸੰਭਾਲੀ ਨਹੀਂ ਜਾਣੀ। ਇਹ ਪੰਡ ਇੱਕੋ ਹੀ ਪੁਰਖ ਸੰਭਾਲ ਸਕਦਾ, ਉਹ ਹੈ ਬਾਬਾ ਅਮਰਦਾਸ ਜੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਇਹ ਸਾਰਾ ਸਿਰਫ ਇਤਨਾ ਸੀ ਕਿ ਆਪਣੇ ਪੁੱਤਰਾਂ ਨੂੰ ਸਮਝਾ ਦੇਂ ਕਿ ਇਹ ਗੁਰੂ ਨਾਨਕ ਦੀ ਗੱਦੀ ਦੀ ਜਿਹੜੀ ਪੰਡ ਹੈ, ਇਹ ਬੜੀ ਭਾਰੀ ਹੈ, ਹਰ ਇੱਕ ਬੰਦਾ ਨਹੀਂ ਸੰਭਾਲ ਸਕਦਾ। ਇਹ ਤੇ ਪਰਵਤ ਮੇਰਾਨ ਬਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ ਸੰਭਾਲ ਸਕਦੇ ਨੇ। ਪ੍ਰੋਫੈਸਰ ਸਤਵੀਰ ਸਿੰਘ ਨੇ ਇਸ ਕਰਕੇ ਉਹਨਾਂ ਦਾ ਇੱਕ ਟਾਈਟਲ ਦਿੱਤਾ, ਕਿਤਾਬ ਲਿਖੀ ਹੈ ਪਰਵਤ ਮੇਰਾਨ। ਗੁਰੂ ਅਮਰਦਾਸ ਜੀ ਦੇ ਇਤਿਹਾਸ ਪੜ੍ਹੋਗੇ ਨਾ, ਉਹਨਾਂ ਨੇ ਉਹਦਾ ਟਾਈਟਲ ਦਿੱਤਾ ਪਰਵਤ ਮੇਰਾਨ। ਸੁਮੇਰ ਪਰਵਤ ਜਿੱਡੇ ਵੱਡੇ ਸਨ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਤੇਰੇ ਪੁੱਤਰਾਂ ਕੋਲੋਂ ਸੰਭਾਲੀ। ਕਹਿੰਦੇ 3-4 ਮਹੀਨੇ ਤੱਕ ਪੁੱਤਰਾਂ ਨੂੰ ਬੀਬੀ ਮਾਤਾ ਖੀਵੀ ਜੀ ਸਮਝਾਉਂਦੇ ਰਹੇ, ਔਰ ਉਹ ਮਾਇਆ 'ਚ ਅੰਨੇ ਹੋਏ ਸਨ। ਆਖਿਰਕਾਰ ਜਦੋਂ ਸਮਾਂ ਆਇਆ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੱਦੀ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ ਕਰ ਦਿੱਤੀ। 1552 ਵਿੱਚ 11 ਸਾਲ ਕੁਛ ਮਹੀਨੇ ਦੀ ਅੰਤਕ ਸੇਵਾ ਕਰਕੇ ਗੁਰੂ ਸਾਹਿਬ ਜੀ ਦੇ ਜੀਵਨ ਜਾਚ ਨੂੰ ਕਮਾ ਕੇ, ਔਰ ਗੁਰੂ ਸਾਹਿਬ ਜੀ ਨੇ ਹਰ ਪ੍ਰੀਖਿਆ ਵਿੱਚ ਉਹਨਾਂ ਨੂੰ ਪਰਖ ਕੇ ਅੱਜ ਦੇ ਦਿਨ ਉਹਨਾਂ ਨੂੰ ਗੁਰਗੱਦੀ ਦਿੱਤੀ। ਜਦੋਂ ਗੁਰਗੱਦੀ ਪ੍ਰਾਪਤ ਹੋਈ ਨਾ, ਯਾਦ ਰੱਖਣਾ, ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੁਝ ਸਮਾਂ ਖੰਡੂਰ ਸਾਹਿਬ ਰਹਿੰਦੇ ਨੇ। ਪਰ ਉਹਨਾਂ ਦਿਨਾਂ ਵਿੱਚ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਹਨ, ਬਾਬਾ ਦਾਤੂ ਜੀ ਉਹਨਾਂ ਦੇ ਪੁੱਤਰ ਸਨ। ਉਹਨਾਂ ਨੇ ਗੁਰੂ ਸਾਹਿਬ ਜੀ ਤਖਤ 'ਤੇ ਬਿਰਾਜਮਾਨ ਹੋ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ, ਅਤੇ ਗੁੱਸੇ ਵਿੱਚ ਆ ਕੇ ਮਹਾਰਾਜ ਨੂੰ ਲੱਤ ਮਾਰੀ। ਇਤਨੀ ਨਿਮਰਤਾ ਸੀ ਗੁਰੂ ਅਮਰਦਾਸ ਮਹਾਰਾਜ ਵਿੱਚ ਕਿ ਬਾਬਾ ਦਾਤੂ ਜੀ ਦੇ ਦੋਵੇਂ ਚਰਨ ਫੜ ਲਏ। ਤੁਸੀਂ ਗੁਰੂ ਸਪੁੱਤਰ ਹੋ, ਤੁਸੀਂ ਜਵਾਨ ਹੋ, ਮੈਂ ਬ੍ਰਿਧ ਹਾਂ, ਮੇਰਾ ਤਨ ਬੜਾ ਕਠੋਰ ਹੈ, ਤੁਹਾਨੂੰ ਸੱਟ ਵੱਜੀ ਹੋਵੇਗੀ। ਮੈਂ ਤਾਂ ਹੈਰਾਨ ਹੁੰਦਾ ਕਿ 74 ਸਾਲ ਦੀ ਉਮਰ, ਦੂਜੇ ਪਾਸੇ ਬਾਬਾ ਦਾਤੂ ਤੇ ਦਾਸੂ ਦੀ ਉਮਰ ਅੱਧੀ ਵੀ ਨਹੀਂ ਸੀ, ਪਰ ਇਤਨੀ ਨਿਮਰਤਾ ਭਾਵ ਦੇ ਵਿੱਚ ਉਹਨਾਂ ਨੇ ਕਿਹਾ, ਪੁੱਤਰ ਜੀ ਤੁਸੀਂ ਗੁਰੂ ਸਪੁੱਤਰ ਹੋ, ਇਸ ਕਰਕੇ ਤੁਹਾਨੂੰ ਸੱਟ ਵੱਜੀ ਹੋਵੇਗੀ, ਇਸ ਲਈ ਮੈਨੂੰ ਮਾਫ਼ ਕਰ ਦਿਓ। ਔਰ ਉੱਥੋਂ ਛੱਡ ਕੇ ਆਪ ਜੀ ਉੱਥੋਂ ਚਲੇ ਜਾਂਦੇ ਹਨ। ਜਿੱਥੇ ਕਿ ਅੱਜ ਗੁਰਦੁਆਰਾ ਸੰਨ ਸਾਹਿਬ ਹੈ ਨਾ, ਜਿਹੜੀਆਂ ਸੰਗਤਾਂ ਨੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕੀਤੇ, ਉੱਥੇ ਜਾ ਕੇ, ਕਿਉਂਕਿ ਨਗਰ ਤੋਂ ਦੂਰ ਹੈ ਉਹ ਗੁਰਦੁਆਰਾ, ਉੱਥੇ ਜਾ ਕੇ ਇੱਕ ਕੋਠਾ ਬਣਿਆ ਹੋਇਆ ਸੀ, ਗੁਰੂ ਸਾਹਿਬ ਜੀ ਉੱਥੇ ਬਿਰਾਜਮਾਨ ਹੋ ਜਾਂਦੇ ਹਨ। ਹੁਣ ਜਿਹੜੀਆਂ ਸੰਗਤਾਂ ਸਨ ਖੰਡੂਰ ਸਾਹਿਬ ਆਉਂਦੀਆਂ, ਪਤਾ ਚੱਲਦਾ ਵੀ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਨੇ, ਉੱਥੇ ਪਹੁੰਚਦੀਆਂ ਅਤੇ ਦਰਸ਼ਨ ਦੀਦਾਰ ਨਾ ਹੁੰਦੇ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਿਨਾਂ ਵਿੱਚ ਖੰਡੂਰ ਸਾਹਿਬ ਹੀ ਟਿਕੇ ਹੋਏ ਸਨ। ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਵੀ ਤੁਸੀਂ ਕਿਰਪਾ ਕਰੋ ਕਿ ਗੁਰੂ ਅਮਰਦਾਸ ਮਹਾਰਾਜ ਦੇ ਅਸੀਂ ਦਰਸ਼ਨ ਕਰਨੇ ਹਨ, ਕਿਉਂਕਿ ਸਿੱਖ ਦੇ ਅੰਦਰ ਇੱਕ ਜਿਗਿਆਸਾ ਹੈ ਕਿ ਦਰਸ਼ਨ ਦੇਖ ਜੀਵਾ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਪਿਆਸੀ ਦਿਨਸ ਰਾਤ, ਦਰਸ਼ਨਾਂ ਦੀ ਬਹੁਤ ਮਾਨ ਪਿਆਸ ਹੁੰਦੀ ਸਿੱਖ ਦੇ ਅੰਦਰ।
ਤੇ ਉਹ ਪਿਆਸ ਲੈ ਕੇ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਗੋਇੰਦਵਾਲ ਸਾਹਿਬ ਗਏ, ਫਿਰ ਉੱਥੇ ਗਏ ਜਿੱਥੇ ਕਿ ਗੁਰੂ ਸਾਹਿਬ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਕਿੱਥੇ ਹੋਣਗੇ। ਉਹਨਾਂ ਦਾ ਵੀ ਜੀਵਨ ਇਤਨਾ ਘੜਿਆ ਹੋਇਆ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਾਬਾ ਬੁੱਢਾ ਸਾਹਿਬ ਅੰਤਰਜਾਮੀ ਸਨ, ਬ੍ਰਹਮ ਗਿਆਨੀ ਸਨ, ਬ੍ਰਹਮ ਦਾ ਚੰਗਾ ਉਹਨਾਂ ਨੂੰ ਗਿਆਨ ਸੀ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਇਹ ਪੰਕਤੀਆਂ ਪੂਰੀਆਂ ਢੁਕਦੀਆਂ ਸਨ। ਮਨ ਸਾਚਾ ਮੁਖ ਸਾਚਾ ਸੋਏ ਨਾਨਕ ਅਵਰ ਨ ਪੇਖੈ ਏਕਸ ਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੀ ਇਹ ਪਹਿਚਾਣ ਹੈ ਕਿ ਜਿਹਦੇ ਮਨ ਵਿੱਚ ਵੀ ਸੱਚ ਹੈ ਤੇ ਮੁਖ ਵਿੱਚ ਵੀ ਸੱਚ ਹੈ। ਹੁਣ ਇਹ ਅਵਸਥਾ ਦੇ ਮਾਲਕ ਨੇ ਜਦੋਂ ਉੱਥੇ ਗਏ, ਸਾਰੀ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚ ਗਏ ਜਿੱਥੇ ਕੋਠੇ ਦੇ ਵਿੱਚ ਗੁਰੂ ਸਾਹਿਬ ਬੈਠੇ ਸਨ। ਔਰ ਉਸ ਦੇ ਬੂਹੇ 'ਤੇ ਇੱਕ ਗੱਲ ਲਿਖੀ ਸੀ ਮਹਾਰਾਜ ਨੇ, ਕਹਿੰਦੇ ਜਿਹੜਾ ਵੀ ਬੂਹਾ ਖੋਲ੍ਹੇਗਾ, ਦਰਵਾਜ਼ਾ ਖੋਲ੍ਹੇਗਾ, ਉਹ ਸਾਡਾ ਸਿੱਖ ਨਹੀਂ ਹੋਏਗਾ। ਹੁਣ ਇਹ ਕੋਈ ਛੋਟੀ ਗੱਲ ਨਹੀਂ ਕਿ ਕੌਣ ਚਾਹੁੰਦਾ ਕਿ ਮੈਂ ਸਿੱਖੀ ਤੋਂ ਖਾਰਿਜ ਹੋਵਾਂ। ਗੁਰੂ ਦੇ ਵਚਨ ਦੀ ਹੁਕਮ ਅਦੁੱਲੀ ਕਰਾਂ, ਹੁਕਮ ਨੂੰ ਮੈਂ ਨਾ ਮੰਨਾਂ। ਸਿੱਖ ਤਾਂ ਉਹੀ ਹੈ ਨਾ, ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਅਮਰਦਾਸ ਜੀ ਦੇ ਬਚਨ ਨੇ ਕਿ ਸਿੱਖ ਹੈ ਹੀ ਉਹ ਜਿਹੜਾ ਗੁਰੂ ਸਾਹਿਬ ਦੇ ਭਾਣੇ ਵਿੱਚ ਆਉਂਦਾ। ਹੁਣ ਸਾਰੀ ਸੰਗਤ ਕਹਿਣ ਲੱਗੀ ਹੁਣ ਕੀ ਹੋ ਸਕਦਾ, ਮਹਾਰਾਜ ਅੰਦਰ ਨੇ। ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਅੰਦਰ ਨੇ, ਪਰ ਇਹ ਲਿਖਿਆ ਹੋਇਆ। ਹੁਣ ਸੰਗਤ ਕਹਿੰਦੀ ਹੈ ਮਹਾਰਾਜ ਦਾ ਬਚਨ, ਇੱਕ ਦਰਵਾਜ਼ਾ ਕੌਣ ਖੋਲੇ? ਬਾਬਾ ਬੁੱਢਾ ਸਾਹਿਬ ਕਹਿੰਦੇ ਨਹੀਂ ਖੋਲਣਾ। ਇੱਕ ਵਾਰ ਉਚਾਰਨ ਕਰੋ ਸਤਨਾਮ। ਦਰਵਾਜ਼ਾ ਨਹੀਂ ਖੋਲਾਂਗੇ ਦਰਸ਼ਨ ਕਿਵੇਂ ਹੋਣਗੇ ਮਹਾਰਾਜ ਜੀ ਦੇ? ਜੇ ਦਰਵਾਜ਼ਾ ਨਹੀਂ ਖੋਲਾਂਗੇ ਦਰਸ਼ਨ ਕਿਵੇਂ ਹੋਣਗੇ? ਆਖਣ ਲੱਗੇ ਇੱਕ ਜੁਗਤ ਮੈਂ ਬਖਸ਼ ਦਿੰਦਾ। ਮੈਂ ਕਹਿੰਦਾ ਇੱਕ ਬਖਸ਼ਿਆ ਹੋਇਆ ਗੁਰਸਿੱਖ ਜੁਗਤ ਦੱਸ ਸਕਦਾ ਗੁਰੂ ਤੱਕ ਕਿਵੇਂ ਪਹੁੰਚਣਾ। ਇੱਕ ਜੁਗਤ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਦੱਸੀ ਹੋਈ ਵੀ ਦਰਵਾਜ਼ਾ ਨਹੀਂ ਖੋਲ ਸਕਦੇ, ਪਰ ਕਿਤੇ ਇਹ ਤਾਂ ਨਹੀਂ ਲਿਖਿਆ ਨਾ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ। ਫਿਰ ਕਹਿੰਦੇ ਕਿਵੇਂ ਹੋਣਗੇ? ਕਹਿੰਦੇ ਚੋਰ ਚੋਰੀ ਕਰਦੇ ਨੇ, ਸੰਨ ਮਾਰਦੇ ਨੇ, ਅਸੀਂ ਵੀ ਚੋਰ ਬਣ ਜਾਂਦੇ ਹਾਂ। ਯਾਦ ਰੱਖਿਓ, ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ ਛੂਟ। ਪਛਤਾਵਾ ਹੀ ਰਹਿ ਜਾਏਗਾ। ਇਸ ਕਰਕੇ ਹੁਣ ਆਪਾਂ ਵੀ ਇੱਦਾਂ ਕਰਦੇ ਜਿਵੇਂ ਲੋਕ ਸੰਨ ਮਾਰ ਕੇ ਲੁੱਟਦੇ ਨੇ, ਆਪਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦੀ ਤਾਂਗ ਲੈ ਕੇ ਆਏ ਹਾਂ, ਆਪਾਂ ਸੰਨ ਮਾਰ ਲੈਂਦੇ। ਹੁਣ ਸੰਨ ਮਾਰ ਕੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਅੱਗੇ ਨੇ, ਪਿੱਛੇ ਸਾਰੀਆਂ ਸੰਗਤਾਂ ਉਸ ਸੰਨ ਵਿੱਚੋਂ ਗੁਰੂ ਸਾਹਿਬ ਜੀ ਤੱਕ ਪਹੁੰਚ ਜਾਂਦੀਆਂ, ਮੱਥਾ ਟੇਕਦੀਆਂ। ਦੇਖ ਕੇ ਬੜੇ ਹੈਰਾਨ ਹੁੰਦੇ ਨੇ। ਗੁਰੂ ਅਮਰਦਾਸ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਦਰਵਾਜ਼ੇ 'ਤੇ ਪੜ੍ਹਿਆ ਨਹੀਂ? ਮਹਾਰਾਜ ਪੜ੍ਹਿਆ, ਲਿਖਿਆ ਸੀ ਕਿ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ। ਫਿਰ ਤੁਸੀਂ ਇੱਥੇ ਤੱਕ ਕਿਵੇਂ ਪਹੁੰਚ ਗਏ? ਮਹਾਰਾਜ ਦਰਵਾਜ਼ਾ ਨਹੀਂ ਖੋਲ੍ਹਿਆ। ਸੱਚੇ ਪਾਤਸ਼ਾਹ ਸੰਨ ਮਾਰ ਕੇ ਤੁਹਾਡੇ ਦਰਸ਼ਨਾਂ ਵਾਸਤੇ ਆਏ ਨੇ। ਇਹ ਸੰਗਤਾਂ ਬੜੀਆਂ ਬੇਵਲ ਨੇ, ਕਿਰਪਾ ਕਰੋ ਆਪ ਜੀ ਚਲੋ, ਆਪ ਆਪਣੇ ਆਪ ਉਹ ਦਰਵਾਜ਼ਾ ਖੋਲ੍ਹੋ ਅਤੇ ਦਰਵਾਜ਼ਾ ਖੋਲ੍ਹ ਦੇ ਕੇ ਆਪ ਸੰਗਤਾਂ ਨੂੰ ਦਰਸ਼ਨ ਦਿਓ। ਤਾਂ ਜਾ ਕੇ ਗੁਰੂ ਅਮਰਦਾਸ ਜੀ ਦਰਸ਼ਨ ਦਿੰਦੇ ਨੇ। ਫਿਰ ਜੋ ਗੋਬਿੰਦਵਾਲ ਸਾਹਿਬ ਦੇ ਵਿੱਚ ਲਗਾਤਾਰ 1552 ਤੋਂ ਲੈ ਕੇ 1574 ਤੱਕ ਆਪ ਜੀ ਜਿੱਥੇ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ, ਸਿੱਖੀ ਦੀ ਮਰਿਆਦਾ ਨੂੰ ਬੜੇ ਵਚਨਬੱਧ ਢੰਗ ਨਾਲ ਚਲਾਉਂਦੇ ਨੇ। ਉੱਥੇ ਲੰਗਰ ਪ੍ਰਥਾ ਜਿਸ ਦੀ ਕੋਈ ਮਿਸਾਲ ਨਹੀਂ ਦੁਨੀਆ ਦੇ ਅੰਦਰ, ਕਿ ਕੋਈ ਵੀ ਆਵੇ ਪਹਿਲਾਂ ਉਹ ਲੰਗਰ ਛਕੇ, ਪਹਿਲਾਂ ਸੰਗਤ ਪੰਗਤ ਪਾਛੇ ਸੰਗਤ। ਪਹਿਲਾਂ ਸੰਗਤ ਦੇ ਵਿੱਚ ਆਉਣ ਤੋਂ ਪਹਿਲਾਂ ਪੰਗਤ ਵਿੱਚ ਪਹਿਲਾਂ ਜਾਏ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਖੱਤਰੀ ਬ੍ਰਾਹਮਣ ਸੂਦ ਵੈਦ ਦਾ ਬੜਾ ਛੂਤ-ਛਾਤ ਦਾ ਵਿਤਕਰਾ ਸੀ। ਬਹੁਤ ਸਾਰੇ ਵਿਤਕਰੇ ਸਨ। ਗੁਰੂ ਸਾਹਿਬ ਜੀ ਨੇ ਇਸ਼ਨਾਨ ਦੀ ਗੱਲ ਬੋਲੀ, ਸਾਹਿਬ ਤੋਂ ਸਾਰੇ ਇਕੱਠੇ ਇਸ਼ਨਾਨ ਕਰੋ, ਪ੍ਰਸਾਦਾ ਛਕਣਾ ਪਹਿਲਾਂ ਸਾਰੇ ਲੰਗਰ ਵਿੱਚ ਪ੍ਰਸਾਦਾ ਛਕੋ, ਉਸ ਤੋਂ ਬਾਅਦ ਕਿਤੇ ਆ ਕੇ ਗੁਰੂ ਸਾਹਿਬ ਜੀ ਦਰਸ਼ਨ ਸੰਗਤਾਂ ਨੂੰ ਦਿੰਦੇ ਸਨ। ਇਹ ਕਿਰਿਆ ਵਿੱਚੋਂ ਹਰ ਇੱਕ ਸਿੱਖ ਨੂੰ ਲੰਘਣਾ ਪੈਂਦਾ ਸੀ। ਉਹਨਾਂ ਦਿਨਾਂ ਦੇ ਅੰਦਰ ਉਸ ਵੇਲੇ ਦੀਆਂ ਜੋ ਵੱਡੀਆਂ ਪ੍ਰੋਬਲਮਾਂ ਸਨ, ਸਤੀ ਪ੍ਰਥਾ ਜੜੋਂ ਉਖਾੜ ਕੇ ਪੁੱਟ ਦਿੱਤੀ ਗੁਰੂ ਅਮਰਦਾਸ ਜੀ ਨੇ। ਕੁੰਡ ਕੱਢਣ ਦੀ ਪ੍ਰਥਾ, ਗੁਰੂ ਸਾਹਿਬ ਨੇ ਆਖਿਆ ਜਿਹੜਾ ਵੀ ਸਿੱਖ ਗੁਰੂ ਦਰਸ਼ਨਾਂ ਨੂੰ ਆਵੇ, ਕੋਈ ਬੀਬੀ ਆਏ, ਕੋਈ ਭੈਣ ਆਏ, ਕੋਈ ਬੱਚੀ ਆਏ, ਕੁੰਡ ਕੱਢ ਕੇ ਕੋਈ ਨਾ ਆਵੇ, ਕਿਉਂਕਿ ਉਸ ਵੇਲੇ ਕੁੰਡ ਦੀ ਪ੍ਰਥਾ ਬੜੀ ਪ੍ਰਚਲਿਤ ਸੀ। ਮੁਸਲਮਾਨਾਂ ਵਿੱਚ ਬੁਰਕਾ ਲਿਬਾਸ ਅਤੇ ਹਿੰਦੂਆਂ ਵਿੱਚ ਘੁੰਡ ਕਰਨ ਦੀ ਪ੍ਰਥਾ। ਗੁਰੂ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਵੀ ਦਰਸ਼ਨਾਂ ਨੂੰ ਆਏਗਾ, ਕੋਈ ਵੀ ਆਵੇ, ਕੋਈ ਬੀਬੀ ਜਦੋਂ ਆਏਗੀ ਉਹ ਘੁੰਡ ਕੱਢ ਕੇ ਨਹੀਂ ਆਏਗੀ। ਸਤੀ ਪ੍ਰਥਾ ਅਕਬਰ ਤੋਂ ਬੰਦ ਕਰਾਈ। ਕਿਸਾਨ ਆਏ ਮਹਾਰਾਜ ਬੜਾ ਕਰਜ਼ਾ ਚੜ੍ਹਿਆ, ਲਾ ਨਹੀਂ ਪਾਵਾਂਗੇ। ਗੁਰੂ ਸਾਹਿਬ ਜੀ ਨੂੰ ਜਦੋਂ ਅਕਬਰ ਬਾਦਸ਼ਾਹ ਆਇਆ ਸੀ ਨਾ, ਤਾਂ ਉਸ ਵੇਲੇ ਗੁਰੂ ਸਾਹਿਬ ਨੇ ਆਖਿਆ ਤੂੰ ਗੁਰੂ ਘਰ ਨੂੰ ਕੁਛ ਨਾ ਦੇ,
पर एक काम कर, ये लोग ਜਿਹੜੇ ਕਰਜ਼ਾਈ ਨੇ ਇਹਨਾਂ ਦਾ ਕਰਜ਼ਾ ਮਾਫ ਕਰ ਦੇ। ਗੁਰੂ ਸਾਹਿਬ ਨੇ ਇਹੋ ਜਿਹੇ ਪਰਉਪਕਾਰ ਕੀਤੇ। ਗੁਰੂ ਅਮਰਦਾਸ ਮਹਾਰਾਜ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। 974 ਦੇ ਕਰੀਬ ਸ਼ਬਦ ਬਣਦੇ ਨੇ। ਕੁਛ ਨੇ 914 ਵੀ ਲਿਖੇ ਨੇ ਵਿਦਵਾਨਾਂ ਨੇ, ਜੇ ਸਲੋਕਾਂ ਦੇ ਅੱਗੇ ਪਿੱਛੇ ਹੋ ਸਕਦੇ ਹਨ। ਔਰ ਆਨੰਦ ਸਾਹਿਬ ਵਰਗੀ ਬਾਣੀ ਗੁਰੂ ਅਮਰਦਾਸ ਜੀ ਨੇ ਸਾਡੀ ਝੋਲੀ 'ਚ ਪਾਈ, ਜਿੱਥੇ ਕਿ 40 ਪੌੜੀਆਂ ਵਿੱਚ ਸਿੱਖ ਦੇ ਜੀਵਨ ਦੇ 40 ਪੜਾਅ ਹਨ। ਜੇ ਆਪਾਂ ਉਹਨੂੰ ਸਮਝ ਲਈਏ ਕਿ ਆਪਾਂ ਅਨੰਤ ਤੱਕ ਕਿਵੇਂ ਪਹੁੰਚਣਾ ਹੈ, ਅਤੇ ਉਹ 40 ਪੜਾਅ ਸਮਝ ਕੇ ਮੈਂ ਤਾਂ ਬੇਨਤੀ ਕਰਦਾ ਕਿ ਉਹਨਾਂ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਵੀ ਪਹਿਲੀ ਪੌੜੀ ਦਾ ਕੀ ਮਤਲਬ ਹੈ, ਦੂਜੀ ਪੌੜੀ ਦਾ ਕੀ ਮਤਲਬ ਹੈ, ਤੀਜੀ ਪੌੜੀ ਦੀ ਕੀ ਗੱਲ ਹੈ। ਇੱਕ ਅਵਸਥਾਵਾਂ ਨੇ ਉਹ ਜੀਵਨ ਦੀਆਂ। ਜੇ ਆਪਾਂ ਉਹ 40 ਅੱਖਰ ਲਿਖ ਲਈਏ ਨਾ, ਔਰ 40 ਅੱਖਰਾਂ ਦਾ ਬੈਠ ਕੇ 5 ਮਿੰਟ ਵੀ ਅਭਿਆਸ ਕਰੀਏ, ਤਾਂ ਅਸੀਂ ਬੜੀ ਛੇਤੀ ਅਨੰਤ ਦੇ ਨੇੜੇ ਹੋ ਸਕਦੇ ਹਾਂ। ਇਕੱਲੀ ਪੌੜੀਆਂ ਨਹੀਂ ਹਨ, ਉਹ ਜੀਵਨ ਦੇ 40 ਪੜਾਅ ਹਨ, ਜਿਨ੍ਹਾਂ ਪੜਿਆਂ ਵਿੱਚੋਂ ਅਸੀਂ ਲੰਘ ਕੇ ਸੱਚ ਨੂੰ ਪ੍ਰਾਪਤ ਕਰਨਾ ਹੈ, ਅਨੰਤ ਤੱਕ ਪਹੁੰਚਣਾ ਹੈ। ਔਰ ਕਹਿਣ ਜੋਗੇ ਹੋ ਸਕਦੇ ਹਾਂ ਕਿ ਆਨੰਦ ਸੁਨੋ ਬੜ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੋਰੇ। ਸੋ ਅੱਜ ਮੇਰੇ ਗੁਰੂ ਅਮਰਦਾਸ ਮਹਾਰਾਜ ਦਾ ਗੁਰਗੱਦੀ ਦਿਵਸ ਹੈ। ਅਸੀਂ ਸਾਰੇ ਇਕੱਤਰ ਹੋਏ ਹਾਂ ਗੁਰੂ ਅਮਰਦਾਸ ਮਹਾਰਾਜ ਦਾ ਗੁਰਗੱਦੀ ਦਿਵਸ ਮਨਾਉਣ ਲਈ, ਮਹਾਰਾਜ ਜੀ ਨੂੰ ਸਿਜਦਾ ਕਰਨ ਵਾਸਤੇ, ਉਹਨਾਂ ਦੀਆਂ ਸਿੱਖਿਆਵਾਂ ਲੈਣ ਵਾਸਤੇ ਆਏ ਹਾਂ। ਕਿਉਂਕਿ ਕੋਈ ਵੀ ਗੁਰਪੁਰਬ ਮਨਾਉਣ ਦਾ ਅਰਥ ਹੈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਣਾ, ਉਹਨਾਂ ਸਿੱਖਿਆਵਾਂ ਨੂੰ ਘਰ ਜਾ ਕੇ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਧਾਰਨ ਕਰਨਾ ਅਤੇ ਉਸ ਦੇ ਮੁਤਾਬਿਕ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਣਾ। ਕਿਉਂਕਿ ਗੁਰੂ ਦੇ ਲੇਖੇ ਤਾਂ ਹੀ ਲੱਗੇਗਾ ਜੇ ਸਾਨੂੰ ਗੁਰੂ ਪਿਤਾ ਜੀ ਦੀ ਵਿਚਾਰਧਾਰਾ, ਉਹਨਾਂ ਦੇ ਸਿਧਾਂਤ ਦੀ ਸੋਝੀ ਹੋਏਗੀ। ਸੋ ਅੱਜ ਸਾਰੀ ਸੰਗਤਾਂ ਇੱਥੇ ਪਹੁੰਚੀਆਂ, ਆਪ ਸਾਰਿਆਂ ਨੂੰ ਜੀ ਆਇਆਂ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਮੈਂ ਸਮਾਂ ਵੀ ਤੁਹਾਡਾ ਜ਼ਿਆਦਾ ਲੈ ਗਿਆ, ਬਸ ਬੇਨਤੀ ਹੈ ਕਿ ਆਪਾਂ ਜ਼ਰੂਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਤੋਂ ਇਹ ਸਿੱਖ ਲਈਏ ਕਿ ਸਿੱਖ ਦੇ ਜੀਵਨ 'ਚ ਸੇਵਾ ਕਰਨੀ ਹੋਵੇ, ਨਿਮਰਤਾ ਕਰਨੀ ਹੋਵੇ, ਸਿੱਖ ਦਾ ਸ਼ਾਂਤ ਅੰਦਰਲਾ ਹਿਰਦਾ ਕਿਵੇਂ ਦਾ ਹੋਵੇ, ਇਹ ਉਹਨਾਂ ਨੇ ਆਪਣੀ ਹਯਾਤੀ ਵਿੱਚ ਸਿਖਾਈਆਂ। ਔਰ ਉਹਨਾਂ ਦੀ ਸਹੀ ਪਰਚੋਲ ਜੋ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਆਪ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਬਖਸ਼ੀ। ਉਹਨਾਂ ਦਾ ਸਭ ਤੋਂ ਵੱਡਾ ਕਦ ਉੱਚਾ ਹੋ ਜਾਂਦਾ ਹੈ ਗੁਰੂ ਅਮਰਦਾਸ ਜੀ ਦਾ ਕਿ ਜਦੋਂ ਉਹ ਇੱਕ ਅਨਾਥ ਨੂੰ ਆਪਣਾ ਜਮਾਈ ਚੁਣਦੇ ਹਨ। ਔਰ ਸਾਨੂੰ ਇਹ ਸਾਰੀਆਂ ਗੱਲਾਂ ਉਹ ਸਿਖਾ ਗਏ ਹਨ ਕਿ ਤੇਰੀ ਸਿੱਖਾ ਦੇਖਣੀ ਕਿੱਦਾਂ ਦੀ ਹੋਵੇ, ਰਹਿਣੀ ਬਹਿਣੀ ਕਿੱਦਾਂ ਦੀ ਹੋਵੇ, ਤੇਰੀ ਚੋਣ ਕਿੱਦਾਂ ਦੀ ਹੋਵੇ। ਮੈਂ ਕਹਿੰਦਾ ਕਮਾਲ ਦੀ ਚੋਣ ਸੀ ਗੁਰੂ ਅਮਰਦਾਸ ਮਹਾਰਾਜ ਦੀ। ਇਹ ਸਾਨੂੰ ਸਿੱਖਿਆਵਾਂ ਮਿਲਦੀਆਂ ਉਹਨਾਂ ਦੇ ਜੀਵਨ ਤੋਂ ਕਿ ਕਿਸੇ ਦੇ ਵਕਤ ਦੀਆਂ ਮਜਬੂਰੀਆਂ ਨਾ ਦੇਖੋ, ਉਹਦੇ ਗੁਣ ਦੇਖੋ। ਇਹ ਉਹਨਾਂ ਨੇ ਸਿਖਾਇਆ। ਮਜਬੂਰੀਆਂ ਹੋ ਸਕਦੀਆਂ ਕਿਸੇ ਦੇ ਜੀਵਨ 'ਚ, ਪਰ ਉਸਦੇ ਗੁਣ ਦੇਖੋ, ਉਸਦੇ ਜੀਵਨ ਕਿਰਦਾਰ ਨੂੰ ਦੇਖੋ, ਉਸਦੀ ਨਿਮਰਤਾ ਦੇਖੋ, ਉਸਦੀ ਹਲੇਮੀ ਵੇਖੋ, ਉਸਦੇ ਕੱਦ ਨੂੰ ਦੇਖੋ ਕਿ ਅੰਦਰ ਕਿਤਨਾ ਕੁ ਉੱਚਾ ਕੱਦ ਹੈ। ਇਹ ਉਹਨਾਂ ਨੇ ਸਾਨੂੰ ਸਾਰੀ ਚੀਜ਼ਾਂ ਸਿਖਾਈਆਂ। ਵਿਸਥਾਰ ਦੇ ਬਹੁਤ ਉਹਨਾਂ ਦਾ ਇਤਿਹਾਸ ਦਾ, ਕਿਉਂਕਿ ਇੱਕ 22 ਸਾਲ ਦਾ ਸਮਾਂ ਗੁਰੂ ਸਾਹਿਬ ਜੀ ਨੇ ਜਿੱਥੇ ਜੋ ਸਿੱਖ ਕੌਮ ਦੀ ਗੁਰੂ ਪਦਵੀ ਪ੍ਰਾਪਤ ਕਰਕੇ ਸੇਵਾ ਕੀਤੀ। 12 ਸਾਲ ਸਿੱਖ ਬਣ ਕੇ ਗੁਰੂ ਸਾਹਿਬ ਜੀ ਨੇ ਸੇਵਾ ਕੀਤੀ। 22 ਅਤੇ 12 ਕਿੰਨੇ ਸਾਲ ਹੁੰਦੇ ਹੈ ਜੀ? ਕਿੰਨੇ ਹੋ ਗਏ ਜੀ? 22 ਅਤੇ 12 34 ਸਾਲ ਹੋ ਗਏ। 34 ਸਾਲ ਲਗਾਤਾਰ ਸਿੱਖ ਪੰਥ ਦੀ ਹਰ ਇੱਕ ਚੀਜ਼ ਦੇ ਉੱਤੇ ਗੁਰੂ ਸਾਹਿਬ ਜੀ ਨੇ ਆਪਣੀ ਨਜ਼ਰ ਰੱਖੀ ਔਰ ਹਰ ਇੱਕ ਚੀਜ਼ ਨੂੰ ਬਾਖੂਬੀ ਸੰਗਤਾਂ ਦੇ ਸਮਕਸ਼ ਰੱਖਿਆ। ਸੋ ਉਹਨਾਂ ਤੋਂ ਇਹ ਸਾਰਾ ਕੁਝ ਸਾਨੂੰ ਪਿਆਰੋ ਸਿੱਖਣ ਨੂੰ ਮਿਲਦਾ ਹੈ ਕਿ ਹਰ ਇੱਕ ਚੀਜ਼ ਉਹਨਾਂ ਦੇ ਜੀਵਨ ਦਾ ਇੱਕ ਇੱਕ ਤੁਸੀਂ ਪਲ ਦੇਖੋਗੇ ਨਾ, ਉਹ ਬੜੇ ਕਮਾਲ ਦਾ ਹੈ। ਹਰ ਇੱਕ ਚੀਜ਼ ਉਹਨਾਂ ਦੇ ਜੀਵਨ ਦੀ ਬੜੀ ਤਰਤੀਬ ਦੇ ਅੰਦਰ ਹੈ। 95 ਸਾਲ ਦੀ ਉਮਰ ਸੀ ਜਦੋਂ ਆਪ ਜੀ ਨੇ ਗੁਰਗੱਦੀ ਸੌਂਪੀ ਹੈ ਅੱਗੇ, ਜਦੋਂ ਆਪ ਜੋਤੀ ਜੋਤ ਸਮਾਏ ਨੇ। ਉਸ ਉਮਰ ਦੇ ਵਿੱਚ ਜਾ ਕੇ ਲੋਕ ਕਹਿੰਦੇ ਹੁਣ ਤਾਂ ਜੀ ਬੈਠਾ ਨਹੀਂ ਜਾਂਦਾ, ਗੁਰਦੁਆਰੇ ਆ ਨਹੀਂ ਸਕਦੇ, ਸੇਵਾ ਨਹੀਂ ਕਰ ਸਕਦੇ। ਗੁਰੂ ਸਾਹਿਬ ਉੱਥੇ ਗਾਗਰਾਂ ਢੋ ਰਹੇ ਨੇ ਉਸ ਉਮਰ 'ਚ। ਜਦੋਂ ਬੰਦਾ ਕਹਿੰਦਾ ਰਿਟਾਇਰਮੈਂਟ ਦਾ ਸਮਾਂ, ਉਹ ਰਿਟਾਇਰ ਨਹੀਂ ਹੁੰਦੇ। ਉਹ ਕਹਿੰਦੇ ਮੈਂ 95 ਸਾਲ ਤੱਕ ਵੀ ਰਿਟਾਇਰ ਨਹੀਂ ਹਾਂ। ਉਹਨਾਂ ਤੋਂ ਇਹ ਵੀ ਚੀਜ਼ ਸਿੱਖੀ ਜਾ ਸਕਦੀ ਹੈ ਕਿ ਅਸੀਂ ਕਿਸੇ ਵੀ ਉਮਰ ਦੇ ਵਿੱਚ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ, ਪਰ ਉਦੋਂ ਰਹਿ ਸਕਦੇ ਹਾਂ ਜਦੋਂ ਅਸੀਂ ਗੁਰੂ ਨਾਲ ਜੁੜੇ ਰਹਾਂਗੇ। ਉਹਨਾਂ ਨੂੰ ਮਹਾਰਾਜ ਕਿਹਾ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਧਿਆਨ। ਗੁਰਮੁਖ ਕਦੀ ਬੁੱਢਾ ਨਹੀਂ ਹੁੰਦਾ, ਕਿਉਂਕਿ ਉਹਦਾ ਧਿਆਨ ਗੁਰੂ ਸ਼ਬਦ ਵਿੱਚ ਰਹਿੰਦਾ, ਸ਼ਬਦ 'ਚ ਰਹੇਗਾ। ਅਸੀਂ ਬੁੱਢੇ ਨਹੀਂ ਹੋਵਾਂਗੇ, ਸ਼ਬਦ ਨਾਲੋਂ ਟੁੱਟ ਗਿਆ, ਜਵਾਨੀ ਵਿੱਚ ਹੀ ਬੁੱਢੇ ਹੋ ਜਾਵਾਂਗੇ। ਇਸ ਕਰਕੇ ਸ਼ਬਦ ਦੀ ਸੰਭਾਲ ਕਰੀਏ।
ਗੁਰੂ ਕੋਲੋਂ ਜੀਵਨ ਜਾ ਸਕੀਏ। ਇਤਨੇ ਬਚਨ ਬੇਨਤੀਆਂ ਪ੍ਰਵਾਨ। ਬਹੁਤ ਧੰਨਵਾਦ ਸਾਰਿਆਂ ਦਾ। ਜੀ ਆਇਆਂ ਨੂੰ ਫਤਿਹ ਦੇ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤ